ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਲੈ ਕੇ ਆ ਗਿਆ ਬੇहद ਖਾਸ ਪ੍ਰੋਗਰਾਮ ਵੀਜ਼ਾ ਲਾਈਵ। ਸੋ ਲਾਈਵ ਹੋ ਚੁੱਕੇ ਹਾਂ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ। ਖਾਸ ਚਰਚਾ ਕਰਨੀ ਹੈ, ਤੁਹਾਡੇ ਸਵਾਲ ਜਾਣਨੇ ਨੇ, ਕੋਸ਼ਿਸ਼ ਕਰਨੀ ਹੈ ਸਾਰੇ ਹੀ ਸਵਾਲਾਂ ਦਾ ਜਿਹੜਾ ਸਹੀ ਜਵਾਬ ਹੈ, ਜਿਹੜਾ ਤੁਹਾਨੂੰ ਸੰਤੁਸ਼ਟੀ ਪ੍ਰਦਾਨ करे ਉਹ ਜਵਾਬ ਲੱਭਣ ਦੀ। ਸੋ ਖਾਸ ਚਰਚਾ 'ਚ ਮੇਰੇ ਨਾਲ ਮੇਰਾ ਸਾਥ ਦੇਣਗੇ ਜੀ ਵਕੀਲਾਂ ਵਾਲੀ ਕੰਪਨੀ ਤੋਂ यानी कि आरएनएस अकेडमी तो अनिल शर्मा जी। सो स्वागत है। सत श्री अकाल अनिल जी। सत श्री अकाल जी। सत श्री अकाल सारिਆਂ ਨੂੰ जी। अनिल जी की हाल चाल है? बहुत ਵਧੀਆ जी। सो 2021 ਦੇ ਵਿੱਚ ਐਂਟਰ ਕਰ ਲਿਆ ਜੀ। ਸੋ ਕੀ ਕੁਝ ਨਵਾਂ ਮਤਲਬ ਕੋਈ ਹੈਗਾ ਪ੍ਰੋਗਰਾਮ ਕੁਝ ਨਵਾਂ ਸਾਡੇ ਦਰਸ਼ਕਾਂ ਲਈ ਕੀ ਲੈ ਕੇ ਆਏ ਹੋ? ਬਿਲਕੁਲ ਜੀ ਬਿਲकुल। ਮੈਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਅੱਜ ਫਿਰ ਖੁਸ਼ਖਬਰੀ ਦੇਣ ਜਾ ਰਿਹਾ। ਯੂਕਰੇਨ ਦਾ ਪਹਿਲਾ ਵੀਜ਼ਾ, ਯੂਕਰੇਨ ਅੱਜ ਚਰਚਾ ਵੀ ਉਹਦੇ ਬਾਰੇ ਹੋਏਗੀ। ਹਰਵਿੰਦਰ ਸਿੰਘ ਨੇ ਯੂਕਰੇਨ ਦਾ ਵੀਜ਼ਾ ਲਿਆ ਵਿਦਿਨ 2 ਡੇਜ਼। ਪਟਿਆਲਾ ਤੋਂ ਬੱਚਾ ਹੈਗਾ, ਠੀਕ ਹੈ ਜੀ। ਇੱਕ ਹੋਰ ਵੀਜ਼ਾ ਆਪਾਂ ਦਿਖਾ ਰਹੇ ਹਾਂ, ਰਾਜਵਿੰਦਰ ਸਿੰਘ ਯੂਕਰੇਨ ਦਾ ਵੀਜ਼ਾ। ਯੂਕਰੇਨ, यूके नहीं यूक्रेन, ठीक है जी। सो यूक्रेन का एक होर वीज़ा, यूक्रेन का एक होर वीज़ा। सो यूक्रेन दियां झड़ियां वीज़े दियां लैके आया नवे साल दे विच, ठीक है जी। नवे साल दे विच यूक्रेन दा इन्ना वीज़ा ਇਹ ਰਿਵਾਜ ਤੁਸੀਂ ਹਰ ਵਾਰ ਜਿਹੜਾ ਤੋਰਿਆ ਹੋਇਆ ਵੀਜ਼ੇ ਦਿਖਾਉਣ ਦਾ, ਪਰ ਯੂਕਰੇਨ ਜਾ ਕਿਹੜਾ ਬੱਚਾ ਸਕਦਾ? देखो जी, हर वो बच्चा जिन्ना 10 साल का गैप है, 8 साल का गैप है, अज परेशान है वो बच्चा कहता यार मैं कित्थे जावां, मैं की करा, मेरे परसेंटेज भी घट है, यूके मैनू एक्सेप्ट नहीं कर रहा, इंटरव्यू मैनू नहीं आती, इंग्लिश मैनू नहीं आती। यूक्रेन वर्गी कंट्री उनका स्वागत करती है और 1 महीने दे विच बच्चा वीज़ा लैके, दोबारा सुन लो, वीज़ा लैके पोलैंड, जर्मनी, इटली और चेक रिपब्लिक वर्गी शैनिगन कंट्रियां च एंट्री ले सकता है और बहुत घट पैसे जी। 10 साल का गैप मतलब 10 साल जिन्हें कुछ भी नहीं कीता, कुछ भी नहीं कीता। एज दा कोई हैगा? एज बार भी नहीं हैगा। एक बच्चे होंदा एज बार हैगा, यार मैं एज होगी मेरी 30 साल, मैं जा सकदा। हां, हर वो बच्चा आज यूक्रेन, यूके नहीं हैगा, दिस इज नॉट यूके, ठीक है, यूक्रेन हैगा। यूक्रेन की हुंदा है कि बच्चा उत्थे पढ़दा है, लैंग्वेज प्रोग्राम पढ़न तो बाद बच्चा माइग्रेट कर जांदा शैनिगन कंट्रीज दे विच, ठीक है जी। बहुत ਵੱਡਾ ਮੌਕਾ ਜਿਹਨੂੰ ਕਹਿੰਦੇ ਆ। ਔਰ ਪੰਜਾਬ ਦੇ ਵਿੱਚ ਯੂਕਰੇਨ ਦਾ ਵੀਜ਼ਾ ਬਹੁਤ ਵਿਕ ਰਿਹਾ ਔਰ ਪੰਜਾਬ ਦੇ ਰਿਫਿਊਜ਼ਲ ਵੀ ਬਹੁਤ ਆਉਂਦੇ ਆ। ਪਰ ਪ੍ਰੋਮਿਸ ਕਰਦਾ ਕਿ ਜਿਹੜਾ ਬੱਚਾ ਸਾਡੇ ਥਰੂ ਅਪਲਾਈ ਕਰੇਗਾ ਉਹਦਾ ਵੀਜ਼ਾ ਵੀ ਆਏਗਾ ਔਰ ਉਹਨੂੰ ਉੱਥੇ ਜਾ ਕੇ ਪਿਕਅਪ ਵੀ ਦਿੱਤੀ ਜਾਏਗੀ। ਔਰ ਉਹਨੂੰ ਇਹ ਵੀ ਕਈ ਵਾਰੀ ਸੁਣਨ ਨੂੰ ਆਉਂਦਾ ਕਿ ਪੰਜਾਬ ਦੇ ਬੱਚੇ ਨੂੰ ਡਿਪੋਰਟ ਕਰ ਦਿੱਤਾ ਜਾਂਦਾ। ਨਹੀਂ, ਸਾਡਾ ਰਿਪਰੈਜ਼ੈਂਟੇਟਿਵ ਉੱਥੇ 에ਅਰਪੋਰਟ ਤੇ ਖੜਾ ਰਹੇਗਾ ਔਰ ਬੱਚੇ ਨੂੰ ਉੱਥੋਂ ਜਿਹੜਾ ਇਮੀਗ੍ਰੇਸ਼ਨ ਚੈੱਕ ਹੈਗਾ ਉਹ ਲੰਘਾ ਕੇ ਦੇਗਾ। ਇਹ ਬਹੁਤ ਵੱਡਾ ਪਲੱਸ ਪੁਆਇੰਟ। ਸੋ ਸਾਡੇ ਜਿਹੜੇ ਦਰਸ਼ਕ ਨੇ, ਅਸੀਂ ਲਾਈਵ ਹੈਗੇ, ਸੋ ਦਰਸ਼ਕ ਸਾਡੇ ਨਾਲ ਜੁੜਨਾ ਵੀ ਸ਼ੁਰੂ ਹੋ ਚੁੱਕੇ ਨੇ, ਲੇਕਿਨ ਸਵਾਲ ਜਿਹੜੇ ਨੇ ਬਹੁਤ ਸਾਰੇ ਨੇ। ਸੋ ਦਰਸ਼ਕਾਂ ਨੂੰ ਗੁਜ਼ਾਰਿਸ਼, ਜਿਨ੍ਹਾਂ ਦਾ ਕਾਲ ਨਹੀਂ ਲੱਗ ਪਾ ਰਿਹਾ ਉਹ ਵੀ ਸਾਨੂੰ ਕਾਲ ਕਰਦੇ ਰਹਿਣ। ਨੰਬਰ ਜਿਹੜੇ ਨੇ ਤੁਹਾਡੇ ਸਾਡੇ ਕੋਲ ਜ਼ਰੂਰ ਆ ਜਾਣਗੇ ਤੇ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ। ਯੂਕਰੇਨ ਤੇ ਜੁੜਿਆ ਹੋਇਆ ਵੀ ਕੋਈ ਵੀ ਤੁਹਾਡੇ ਮਨ 'ਚ ਸਵਾਲ है पूछ सकते हो। विदाउट आइल्स बच्चा जाऊगा उत्थे? बिल्कुल जी, दोबारा दसन जा रहे हैं मनदीप जी, विदाउट आइल्स भी जाएगा, गैप भी एक्सेप्टेबल और टीआरसी भी लेगा, टेंपरेरी रेजिडेंट सर्टिफिकेट रिसीव करेगा। अनिल जी, ਅਸੀਂ ਸ਼ੋ ਕਰਦੇ ਹਾਂ ਹਰ ਵਾਰ ਜਦੋਂ ਵੀ ਗੱਲਬਾਤ ਕਰਦੇ ਹਾਂ। ਸੋ ਜਿਹੜੇ ਬੱਚੇ ਨੂੰ ਆਇਲਸ ਨਹੀਂ ਆਉਂਦੀ, ਜਿਹੜੇ ਬੱਚੇ ਦੇ ਨੰਬਰ ਘੱਟ ਹੈਗੇ ਆ, ਆਇਲਸ ਨਹੀਂ ਕਰ ਸਕਦਾ, ਵਿਦਾਊਟ ਆਇਲਸ ਹੈਗਾ, ਉਹ ਬੰਦਾ ਉੱਥੇ ਜਾਊਗਾ ਕਿਵੇਂ? ਕਿਉਂਕਿ ਕਨਵਰਸੇਸ਼ਨ ਕਿਵੇਂ ਕਰੂਗਾ? ਪਿਆਰਾ ਕੁਐਸਚਨ, ਇੰਨਾ ਵਧੀਆ ਜਵਾਬ ਮੈਂ ਲੈਣਾ ਚਾਹੂੰਗੀ ਜ਼ਰੂਰ, ਲੇਕਿਨ ਕਾਲਰ ਉਹਨਾਂ ਦਾ ਸਵਾਲ ਜ਼ਿਆਦਾ ਜ਼ਰੂਰੀ ਹੈ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਅਨਿਲ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਬੇਟੇ ਬਾਰੇ ਪੁੱਛਣਾ ਸੀ, ਉਹਦੀ ਫਾਈਲ ਰਿਫਿਊਜ਼ਲ ਆ ਗਈ ਸੀ। ਕਿਹੜੀ ਜਗ੍ਹਾ ਤੋਂ ਰਿਫਿਊਜ਼ਲ ਆਈ ਹੈ ਜੀ ਤੇ ਕੁਆਲੀਫਿਕੇਸ਼ਨ ਕੀ ਹੈ ਬੇਟੇ ਦੀ? +2 ਹੈ ਜੀ। ਥੋੜਾ ਜਿਹਾ ਉੱਚੀ ਬੋਲੋ ਸਰ, ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ ਤੁਹਾਡੀ। ਮੈਂ +2 ਹੈ ਜੀ। ਠੀਕ ਹੈ ਜੀ। +2 ਕੀਤੀ, ਕਦੋਂ ਕੀਤੀ ਹੈ ਜੀ? 2019 ਚ। ਰਿਫਿਊਜ਼ਲ ਕਿਉਂ ਆਈ? ਕਿੱਥੋਂ ਦੀ ਅਪਲਾਈ ਕੀਤੀ ਸੀ? ਆਸਟ੍ਰੇਲੀਆ ਜੀ। 6.5 ਬੈਂਡ ਨੇ ਜੀ ਪੀਟੀ। 6.5 ਬੈਂਡ ਨੇ ਪੀਟੀ ਦੇ? ਹਾਂਜੀ ਹਾਂਜੀ। ਓਕੇ, ਤੇ ਰੀਜ਼ਨ ਕੁਝ ਮੈਂਸ਼ਨ ਹੋਇਆ ਵੀ ਰਿਫਿਊਜ਼ਲ ਕਿਉਂ ਆਈ ਹੈ? ਰੀਜ਼ਨ ਉਹ ਕਹਿੰਦੇ ਸਾਨੂੰ ਵੀ ਜੈਨੂਨ ਨਹੀਂ ਲੱਗਦਾ ਬੱਚਾ, ਵੀ ਕੋਈ ਕੰਮ ਕੁੰਮ ਕਰਨ ਆ ਰਿਹਾ। +2 ਚ ਕਿੰਨੇ % ਮਾਰਕਸ ਨੇ? 60% है जी। यार इन्ना वधिया केस है, पता नहीं बच्चे की करते ने। मैनूं बड़ा दुख है, वो मैडम मनदीप मैम कितनी उच्ची बोलते ने, वकीलां वाली कंपनी। बिल्कुल। साडा आस्ट्रेलिया दा हर केस मारा एजेंट हैंडल करता है, कैनेडा दा हर केस लॉयर्स, मैं खुद लॉयर है, हैंडल करते ने। और मैं अज एक लाइव है, देखो लाइव पता नहीं की निकलदा विचों। आ देखो, मैं एक खोलन जा रहा पेपर, पेपर नूं आपां जदों खोल रहे हैं तो इहदे च एक पेपर है, ठीक है जी, एक पेपर है, ये पेपर नूं भी पढ़ लैंदे आ। पेपर च मैं नहीं पढ़ूंगा, कमलजीत कौर बारे कुछ लिखा होया, मैं इनका पासपोर्ट चेक करना है, पासपोर्ट चेक कर रहा है और आ देखो यूके का वीज़ा,
देखो यार लाइव वीजे लेके आने हैं, कोई डर वाली गल है? दसो वीजा ही है, आ देखो पासपोर्ट है। इधर ही कैनेडा दे एक बार मैं 40-50 वीजे चक के लैने, 70-75 वीजे एक बार आस्ट्रेलिया दे चक के लाया सी। जे बच्चे अज भी विश्वास नहीं करते, अज भी किते होर जाके पैसे वेस्ट करते, मैनूं लगदा बहुत वड्डी बेवकूफी है। और बच्चे भज के आर्यन्स अकैडमी दे ऑफिस आन, किते जाण दी लोड़ नहीं है। कमलजीत कौर केड़ा बंदा कहंदा पंजाब बोर्ड बंद हो गया? विदाउट आयल्स यूके दा वीजा इन्हें लिया विद इन 1 डे, एक दिन दे विच। और वीजा भी इनू 2 दिन पहला मिलिया। केड़ा बंदा कहंदा है कि यूके बंद हो गया? देखो यूके किथे बंद होया? बिल्कुल जेड़े लोकी की करदे सीगे, झूठे डॉक्यूमेंट्स लांदे सीगे, झूठे फंड्स शो करदे सीगे, उन्हां नूं दिक्कत होई है, उन्हां दे वीजे रिफ्यूज। मैनूं खबर आई मनदीप जी सुनोगे, 113 वीजे पंजाब जलंधर दी किसी कंपनी दे रिफ्यूजल आए ने सिर्फ एफडी ते ओडी लाण ते। देखो ਅਸੀਂ ਦਰਸ਼ਕਾਂ ਦੀ ਖਾਸ ਫੈਸਿਲਿਟੀ ਵਾਸਤੇ ਇਹ ਪ੍ਰੋਗਰਾਮ ਚਲਾਉਣੇ ਆ, ਸੋ ਦਰਸ਼ਕ ਫੇਰ ਵੀ ਪਤਾ ਨਹੀਂ ਕਿਉਂ ਕਨਫਿਊਜ਼ ਹੋ ਜਾਂਦੇ ਨੇ। ਬੱਸ ਸਟੈਂਡਾਂ ਦੇ ਕੋਲ ਬੈਠੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਕੋਲ ਪਤਾ ਨਹੀਂ ਕਿਉਂ ਚਲੇ ਜਾਂਦੇ। ਬਾਹਰ ਵੀ ਮੇਰੀ ਮਨਦੀਪ ਜੀ ਨਾਲ ਗੱਲ ਹੋ ਰਹੀ ਸੀ। ਮਨਦੀਪ ਜੀ ਨੂੰ ਆਪਾਂ ਇੱਕ ਗੱਲ ਆਪਾਂ ਦੋਨਾਂ ਨੇ ਪ੍ਰੋਮਿਸ ਕੀਤਾ ਕਿ ਯਾਰ ਜਿਹੜਾ ਵੀ ਕੰਮ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਔਰ ਬਿਲਕੁਲ ਓਨੈਸਟ ਐਡਵਾਈਸ ਹੋਏਗਾ। ਯੂਕਰੇਨ ਵੀ ਅਗਰ ਭੇਜ ਰਹੇ ਆ ਨਾ, ਦੇਖੋ ਇੱਕ ਬੱਚਾ ਪਰੇਸ਼ਾਨ ਹੈ ਕਿ ਉਹ ਬੱਚਾ ਕਿਤੇ ਜਾ ਨਹੀਂ ਸਕਦਾ, ਉਹ ਚਾਹੁੰਦਾ ਕਿ ਮੈਂ ਬਾਹਰ ਜਾਵਾਂ। ਦੇਖੋ ਇੱਕ ਇੰਨਾ ਸੋਹਣਾ ਵੀਜ਼ਾ, ਦੇਖੋ ਉਹਦਾ ਸਟicker ਲੱਗ ਕੇ ਆਣਾ ਯੂਕਰੇਨ ਦਾ ਇਦਾਂ ਦਾ, ਠੀਕ ਹੈ ਜੀ। ਬੱਚਾ ਵੀ ਪੋਲੈਂਡ ਜਾ ਸਕਦਾ। ਔਰ ਬੱਚੇ ਇਹਨਾਂ ਨੇ ਬੜਾ ਅੱਛਾ ਕੁਐਸਚਨ ਕੀਤਾ, ਉੱਥੇ ਬੱਚਾ ਜਾ ਕੇ ਕਰੂਗਾ ਕਿ ਬੱਚਾ KFC ਚ ਜੌਬ ਕਰ ਸਕਦਾ, ਮੈਕਡੋਨਲਡ ਚ ਉੱਥੇ ਜਾ ਕੇ ਜੌਬ ਕਰ ਸਕਦਾ। ਪੈਸੇ ਕਮਾਉਣ ਦੇ ਨਾਲ ਨਾਲ ਉਹ ਲੈਂਗੁਏਜ ਕੋਰਸ ਵੀ ਕਰ ਸਕਦਾ। ਲੈਂਗੁਏਜ ਕੋਰਸ ਕਰਨ ਜਾਣਾ ਉਹਨੇ। ਜੀ ਬਿਲਕੁਲ, ਇਹ ਸਾਰੀ ਜਾਣਕਾਰੀ ਅਨਿਲ ਜੀ ਤੁਹਾਡੇ ਤੋਂ ਇਦਾਂ ਹੀ ਲੈਂਦੇ ਰਵਾਂਗੇ। ਲੇਕਿਨ ਜਿੱਦਾਂ ਹੁਣ ਸਾਨੂੰ ਦਰਸ਼ਕ ਨੇ ਕਾਲ ਕੀਤਾ ਸੀ, ਸੋ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਿਆ। ਇਹ ਕਿਹਾ ਜਾਂਦਾ ਹੈ ਵੀ ਆਸਟ੍ਰੇਲੀਆ ਤੋਂ ਜਿਹੜਾ ਇੱਕ ਵਾਰੀ ਰਿਫਿਊਜ਼ ਹੋ ਗਿਆ ਦੁਬਾਰਾ ਆਸਟ੍ਰੇਲੀਆ ਲਈ ਨਾ ਅਪਲਾਈ ਕਰੇ। ਸੋ ਕੀ ਸਲਾਹ ਦੋਗੇ ਤੁਸੀਂ? ਮੈਂ ਸਲਾਹ ਕਰੂੰਗਾ ਕਿ ਨਹੀਂ ਕਰਨਾ ਚਾਹੀਦਾ। ਔਰ ਇੱਕ ਗੱਲ ਮੈਂ ਹੋਰ ਕਹਿਣਾ ਉਹਨਾਂ, ਦੇਖੋ ਗੱਲ ਹੋਈ ਆ ਲੈਵਲ 2 ਬੈਂਡ ਹੈਗੇ ਨੇ। ਹਾਂ ਮਨਦੀਪ ਜੀ ਗੱਲ ਉੱਥੇ ਆ ਗਈ। ਬੱਚੇ ਕੀ ਕਰਦੇ, ਸਾਰੇ ਪੈਸੇ ਵੀਜ਼ੇ ਤੋਂ ਬਾਅਦ ਪੈਕੇਜ ਕਰ ਲੈਂਦੇ ਆ ਔਰ ਤੜਾ ਤੜ ਚੰਡੀਗੜ੍ਹ ਦੀਆਂ ਮੋਹਾਲੀ ਦੀਆਂ ਕੰਪਨੀਆਂ ਆਫਟਰ ਵੀਜ਼ਾ ਪੈਸੇ ਕਰ ਕਰਕੇ ਬੱਚਿਆਂ ਦਾ ਕੈਰੀਅਰ ਦੇ ਨਾਲ ਲੋਟਰੀ ਸਿਸਟਮ ਦੇ ਵਿੱਚ ਵੀਜ਼ਾ ਲੈਣਾ ਚਾਹੁੰਦੀ ਹੈ। ਲੋਟਰੀ ਸਿਸਟਮ ਦੇ ਵਿੱਚ ਸਭ ਤੋਂ ਵੱਡੀ ਗਲਤੀ ਹੈ ਕਿਸੇ ਦੇ ਫਿਊਚਰ ਦੇ ਨਾਲ ਖੇਲਣਾ। ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੈਵਲ 2 ਦੇ ਵਿੱਚ, ਮੈਂ ਇੱਕ ਵਾਰ ਮੈਨੂੰ ਕੰਪਨੀ ਜਾਂਦੇ ਦੱਸੋ ਰਿਫਿਊਜ਼ਲ ਆਏ ਹੁੰਦੇ। ਦੇਖੋ 10 ਦੇ 10 ਇਕੱਠੇ ਰਿਫਿਊਜ਼ਲ ਹੈ, ਉਹ ਬੱਚਿਆਂ ਦਾ ਕੈਰੀਅਰ ਤਬਾਹ ਹੋ ਗਿਆ ਜਦ ਕਿ ਉਹ ਬੱਚੇ ਲੈਵਲ 1 ਦੇ ਵਿੱਚ ਜਾ ਸਕਦੇ। ਜਿਹਦਾ ਵੀ ਰਿਫਿਊਜ਼ਲ ਆਉਂਦਾ ਹੈ, ਸੋ ਇੱਥੇ ਅਸੀਂ ਜਿਹੜੇ ਏਜੰਟ ਨੇ ਉਹਨਾਂ ਨੂੰ ਅਸੀਂ ਘੱਟ ਟਾਰਗੇਟ ਕਰ ਸਕਦੇ ਹਾਂ ਕਿਉਂਕਿ ਸਟੂਡੈਂਟ ਦੀ ਆਪ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਚੂਜ਼ ਕਰਨ ਚ ਜਿਹੜੀ ਕੋਈ ਨਾ ਕੋਈ ਪਛਾਣਨ ਚ ਗਲਤੀ ਹੋਏਗੀ। ਇੱਕ ਹੋਰ ਕਾਲਰ ਜੁੜੇ ਨੇ, ਉਹਨਾਂ ਦਾ ਵੀ ਸਵਾਲ ਜਾਣ ਲਈਏ। ਗੱਲਾਂ ਸਾਡੇ ਕੋਲ ਬਹੁਤ ਸਾਰੀਆਂ ਨੇ ਲੇਕਿਨ ਸਵਾਲ ਜਿਹੜੇ ਨੇ ਉਹ ਵੀ ਬਹੁਤ ਸਾਰੇ ਹੈਗੇ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੇਰਾ ਨਾਮ ਕਿਰਨਜੀਤ ਕੌਰ ਆ। ਮੈਂ ਜਾਣਨਾ ਚਾਹੁੰਦੀ ਹਾਂ ਸਰ ਤੋਂ, ਮੈਂ ਕਿਹੜੇ ਮਹਾਦੀਪ ਚ ਜਿਹੜਾ ਕਹਿ ਰਹੇ ਆ ਕਿ ਮੈਂ ਜਾ ਸਕਦੀ ਹਾਂ। ਮੈਂ ਮਾਸਟਰ ਕੇਡਰ ਆ ਜੀ। ਮੈਂ ਮਾਸਟਰ ਕੇਡਰ ਆ, 70% ਮਾਰਕਸ ਨੇ ਮੇਰੇ ਮਾਰਕਸ ਚੋਂ। ਠੀਕ ਹੈ ਜੀ, ਕਦੋਂ ਕੀਤੀ ਹੈ ਤੁਸੀਂ ਮਾਸਟਰਸ? ਮੇਰੀ ਮਾਸਟਰ 2012 ਵਿੱਚ ਹੋ ਚੁੱਕੀ ਆ। 2012 ਦੇ ਵਿੱਚ ਤੁਹਾਡੀ ਮਾਸਟਰਸ ਹੋਈ ਹੈ? ਹਾਂਜੀ, ਮੇਰੇ ਕੋਲ 8 ਇਅਰ ਦਾ ਐਕਸਪੀਰੀਅੰਸ ਆ। ਅੱਛਾ, 8 ਇਅਰ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ। ਸੈਲਰੀ ਅਕਾਊਂਟ ਚਾਹੀਏ ਕਿ ਕੈਸ਼ ਲਈ ਹੈ ਹੈਂਡ ਦੇ ਨਾਲ? ਬਾਈ ਅਕਾਊਂਟ ਚਾਹੀਏ। ਮੇਰੀ ਟੀਚਿੰਗ ਐਕਸਪੀਰੀਅੰਸ ਆ ਮੇਰੇ ਕੋਲ। ਮੈਂ ਜਾਣਨਾ ਚਾਹੁੰਦੀ ਹਾਂ ਕਿ ਮੈਂ ਕਿਹੜੇ ਐਂਟੀਕ ਦੇ ਵਿੱਚ ਜਾ ਸਕਦੀ ਹਾਂ, ਜੀ ਦੇ ਵਿੱਚ ਜਾ ਸਕਦੀ ਹਾਂ, ਮੈਂ ਕਿੱਥੇ ਜਾ ਸਕਦੀ ਹਾਂ? ਜੀ ਇੱਕ ਮਿੰਟ, ਮੈਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਤੋਂ ਹੋਰ ਲੈਣਾ ਚਾਹੂੰਗੀ। 8 ਸਾਲ ਤੁਸੀਂ ਜਿਹੜੀ ਮਾਸਟਰਸ ਕੀਤੀ ਸੀ, ਸੋ ਸੇਮ ਫੀਲਡ 'ਚ ਤੁਸੀਂ ਜੌਬ ਕੀਤੀ ਹੈ? ਮੈਂ ਆਪਦੀ ਅੰਡਰ ਪੰਜਾਬ ਯੂਨੀਵਰਸਿਟੀ ਦੇ ਅਕੋਰਡਿੰਗ ਮੈਂ ਕਾਲਜ ਦੇ ਵਿੱਚ ਕੀਤੀ ਹੈ ਐਜ਼ ਅ ਲੈਕਚਰਰ। ਨਹੀਂ, ਐਜ਼ ਅ ਲੈਕਚਰਰ ਕੀਤੀ। ਜਿਹੜੀ ਤੁਸੀਂ ਪਿਛਲੀ ਸਟੱਡੀ ਕੀਤੀ ਸੀ, ਮਾਸਟਰਸ ਕੀਤੀ ਸੀ, ਸਟੱਡੀ ਦੇ ਵਿੱਚ ਕੀਤੀ ਸੀ ਮਾਸਟਰਸ ਤੁਸੀਂ? ਮਤਲਬ ਜਿਹੜੇ ਵੀ ਸਬਜੈਕਟ ਦੀ ਸਟੱਡੀ ਕਰਾ ਰਹੇ ਹੋ? ਮੈਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮਾਸਟਰ ਕੀਤੀ। ਮਤਲਬ ਤੁਸੀਂ ਐਮਪੀਐਡ ਕੀਤੀ ਹੈ? ਤੁਸੀਂ ਐਮਪੀਐਡ ਕੀਤੀ ਹੈ 2012 ਦੇ ਵਿੱਚ? ਹਾਂਜੀ 2012 ਵਿੱਚ ਜੀ। ਤੁਸੀਂ 2012 ਚ ਐਮਪੀਐਡ ਕੀਤੀ ਹੈ ਤੇ 8 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ। ਸੋ ਤੁਹਾਡੇ ਵਾਸਤੇ ਕੀ ਬੈਟਰ ਆਪਸ਼ਨ ਹੈ, ਇਹ ਤੁਸੀਂ ਜਾਣਕਾਰੀ ਚਾਹੁੰਦੇ ਹੋ, ਹੈ ਨਾ? ਆਇਲਸ ਕੀਤਾ ਤੁਸੀਂ? ਆਇਲਸ ਜਾਂ ਪੀਟੀ? ਮੇਰੀ ਆਇਲਸ ਕੀਤੀ ਹੋਈ ਆ। ਮੇਰੇ ਦੋਸਤ ਤੋਂ ਮੈਨੂੰ ਕੀ ਚਾਹੀਦਾ? ਨਹੀਂ, ਆਇਲਸ ਕੀਤੀ ਹੋਈ ਹੈ। ਕੀ ਬੈਂਡ ਸਕੋਰ ਕੀ ਹੈਗਾ ਤੁਹਾਡਾ ਆਇਲਸ ਦੇ ਵਿੱਚ?
ਮੇਰਾ 5.5 ਆ ਮੈਨ ਸਕੋਰ ਮੇਰਾ 5.5 ਹੈ ਤੁਹਾਡਾ। ਹਾਂ ਮੈਂ ਓਕੇ ਜੀ। ਦੇਖੋ ਮਨਦੀਪ ਜੀ ਸੱਚੀ ਕਹਾਂ, ਮੈਂ ਪਹਿਲਾਂ ਸਾਰੀ ਗੱਲ ਸੁਣੀ, ਪਰ ਜਦੋਂ ਮੈਨੂੰ ਲੱਗਿਆ ਕਿ ਬੱਚੇ ਦੇ ਸਭ ਕੁਝ ਐਮਏ ਕੀਤਾ, ਇਹ ਮੈਂ ਕੈਨੇਡਾ ਕਹਿਣਾ ਸੀਗਾ, ਸੱਚੀ ਕਹਾਂ ਮੈਂ ਕੈਨੇਡਾ ਕਹਿਣਾ, ਕੈਨੇਡਾ ਲਈ ਇਹਨੂੰ ਭੱਜ ਕੇ ਬੁਲਾਉਣਾ ਸੀ ਆਪਣੇ ਆਫਿਸ, ਬਟ ਬੈਂਡ ਹੈਗੇ ਘੱਟ, 5.5 ਬੈਂਡ ਨੇ, ਇਹਨੂੰ ਦੁਬਾਰਾ ਜਾਂ ਤਾਂ ਆਇਲਸ ਕਰ ਲੈਣੀ ਚਾਹੀਦੀ ਹੈ ਜਾਂ ਇੱਕ ਸੋਹਣਾ ਜਿਹਾ ਵੀਜ਼ਾ ਯੂਕਰੇਨ ਦਾ ਲੈ ਲੈਣਾ ਚਾਹੀਦਾ। ਦੇਖੋ ਯੂਕਰੇਨ ਕਿੰਨਾ ਸੋਹਣਾ ਲੱਗ ਰਿਹਾ, ਕਿੰਨਾ ਵਧੀਆ ਸਟicker ਵੀਜ਼ਾ ਹੈਗਾ, ਔਰ ਬੱਚਾ ਮਾਈਗ੍ਰੇਟ ਵੀ ਕਰ ਸਕਦਾ। ਇਹ ਇੱਕ ਇਮਾਨਦਾਰਾਂ ਵਾਲੀ ਕੰਪਨੀ ਹੈ ਆਰਐਨਸ ਅਕੈਡਮੀ, ਅੱਜ ਹਰ ਬੱਚੇ ਦੇ ਨਾਂ ਤੇ ਮੂੰਹ ਤੇ ਚੜਿਆ ਆਰਐਨਸ ਅਕੈਡਮੀ, ਕਿੱਥੇ ਚਲਾ ਜੀ ਆਰਐਨਸ ਅਕੈਡਮੀ, ਹੈਰਾਨ ਹੈ। ਲੰਗਰ ਜਿਹੜਾ ਏਡੇ ਲੋਕ ਆ ਰਹੇ ਆ ਸਾਡੇ ਆਫਿਸ, ਲਗਾਤਾਰ ਭੱਜ ਕੇ ਆ ਰਹੇ ਆ। ਮਨਦੀਪ ਜੀ ਫਿਰ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਕੁ ਮੈਨੂੰ ਪਪੂਲਰ ਕਰ ਦਿੱਤਾ ਹੈ, ਔਰ ਲੋਕ ਆ ਕੇ ਕਹਿੰਦੇ ਕਿ ਸਰ ਕੇਸ ਹੀ ਤੁਹਾਡੇ ਤੋਂ ਲਵਾਉਣਾ ਹੈ। ਥੈਂਕ ਯੂ। ਇਸੇ ਕਰਕੇ ਕਿਉਂ ਲਾਉਂਦੇ ਆ? ਹਾਂਜੀ ਹਾਂਜੀ, ਸਾਡੇ ਪ੍ਰੋਗਰਾਮ ਦਾ ਇੱਕੋ ਮੋਟਿਵ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਗਲਤ ਜਿਹੜੀ ਜਾਣਕਾਰੀ ਹੈ ਉਹ ਕਿਸੇ ਵੀ ਤਰੀਕੇ ਨਾਲ ਨਾ ਮਿਲੇ। ਸੋ ਕਿਰਨ ਜੀ ਬੇਫਿਕਰ ਹੋ ਜਾਓ, ਜੇਕਰ ਤੁਸੀਂ ਦੁਬਾਰਾ ਆਇਲਸ ਕਰ ਸਕਦੇ ਹੋ ਸੋ ਕੈਨੇਡਾ ਵੀ ਤੁਸੀਂ ਜਾ ਸਕਦੇ ਹੋ। ਤੇ ਉਸ ਤੋਂ ਇਲਾਵਾ ਜਿਵੇਂ ਸਰ ਨੇ ਯੂਕਰੇਨ ਦੱਸਿਆ, ਯੂਕਰੇਨ ਦਾ ਬਜਟ ਪੁੱਛਣਾ ਚਾਹੂੰਗੀ ਮੈਂ, ਪੈਸੇ ਕਿੰਨੇ ਕੁ ਲੱਗਦੇ ਆ ਜੀ? ਜਿੱਦਾਂ ਆਪਾਂ ਟੌਫੀਆਂ ਨਹੀਂ ਖਾਂਦੇ, 10 12 15 ਕੱਪੜੇ ਲੈ ਲੈਂਦੇ ਆ, ਉਨੀ ਇੱਕ ਫੀਸ ਬੱਚੇ ਨੇ ਦੇਣੀ ਹੈ। ਯਾਨੀ ਕਿ ਵਿਆਹ ਦੇ ਵਿੱਚ ਬੰਦਾ 4-5 ਲਹਿੰਗੇ ਸਵਾਲੇ ਨਾ, 4-5 ਲਹਿੰਗੇ ਹੋ ਗਏ, ਜਾਂ ਮੇਰੇ ਵਰਗੇ ਕੋਟ ਪੈਂਟ 10 ਸਵਾਲੇ, ਉਨੀ ਕੁ ਫੀਸ ਹੈਗੀ ਬੱਚੇ ਦੀ। 3.5 ਲੱਖ ਦੇ ਵਿੱਚ ਬੱਚਾ ਯੂਕਰੇਨ ਪਹੁੰਚ ਜਾਂਦਾ। ਜੇ 3.5 ਲੱਖ ਚ ਮੈਂ ਦੇਖਿਆ ਲੋਕ ਮੋਹਾਲੀ ਆਪਣਾ ਘਰ ਲਿਆ, ਤੇ ਮੋਹਾਲੀ ਚ ਇੰਨਾ ਕਿ ਲੋਕ ਕਿਰਾਇਆ ਦੇ ਦਿੰਦੇ ਰਹਿਣ। ਬਿਲਕੁਲ। ਔਰ 3.5 ਲੱਖ ਰੁਪਏ ਦੇ ਵਿੱਚ ਸੁਣੋ ਕੀ ਹੈਗਾ, 1 ਸਾਲ ਦੀ ਫੀਸ, ਠੀਕ ਹੈ, 1 ਸਾਲ ਦੀ ਪੂਰੀ ਫੀਸ, ਫੰਡਸ, ਠੀਕ ਹੈ ਜੀ, ਐਮਬੈਸੀ ਫੀਸ, ਠੀਕ ਹੈ ਜੀ, TRC ਸਰਟੀਫਿਕੇਟ, ਟੈਂਪਰੇਰੀ ਰੈਜ਼ੀਡੈਂਟ ਸਰਟੀਫਿਕੇਟ, ਯਾਨੀ ਕਿ ਬੱਚਾ ਉੱਥੇ ਦਾ ਟੈਂਪਰੇਰੀ ਰੈਜ਼ੀਡੈਂਟ ਬਣ ਜਾਏਗਾ। ਟੈਂਪਰੇਰੀ ਰੈਜ਼ੀਡੈਂਟ ਕਿਸੇ ਕੰਟਰੀ ਦਾ ਬਣਨਾ, ਯਾਨੀ ਕਿ ਤੁਸੀਂ ਰੈਜ਼ੀਡੈਂਟ ਉੱਥੇ ਰਹਿਣ ਜੋਗੇ ਹੋ ਜਾਂਦੇ ਹੋ। ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਪੰਜਾਬ ਤੋਂ ਜਿਹੜਾ ਆਪਾਂ ਪਾਸਪੋਰਟ ਲਿਆ ਉਹਦੇ ਰਿਫਿਊਜ਼ਲ ਬੜੇ ਜਾਂਦੇ, ਉਹ ਰਿਫਿਊਜ਼ਲ ਵੀ ਆਪਾਂ ਲੰਘਾ ਕੇ ਦੇਵਾਂਗੇ। ਬੱਚਾ ਐਂਟਰੀ ਕਰਨ ਤੋਂ ਬਾਅਦ ਅੱਧੀ ਫੀਸ ਦੇਗਾ ਔਰ ਅੱਧੀ ਇੱਥੇ ਹੀ ਦੇਗਾ, ਯਾਨੀ ਕਿ ਬੱਚੇ ਨੂੰ ਬਿਲਕੁਲ ਡਰ ਨਹੀਂ ਹੈਗਾ। ਇੱਕ ਗਾਰੰਟੀ ਜਿਹੜਾ ਸਾਡਾ ਲਾਇਸੈਂਸ ਨੰਬਰ ਹੈਗਾ ਸਾਡੀ ਕੰਪਨੀ ਦਾ, ਉਹ ਗਾਰੰਟੀ ਦਿੰਦਾ ਕਿ ਤੁਹਾਡਾ ਇੱਕ ਵੀ ਪੈਸਾ ਖਰਾਬ ਨਹੀਂ ਹੋਏਗਾ, ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦੇਣੇ ਹੈ ਜੀ। ਅਨਿਲ ਜੀ, ਇਸ ਜਿਹੜੇ ਟੌਪਿਕ ਦੇ ਉੱਤੇ ਮੈਂ ਹੋਰ ਵੀ ਬਹੁਤ ਸਾਰੀ ਜਾਣਕਾਰੀ ਚਾਹੂੰਗੀ, ਲੇਕਿਨ ਦਰਸ਼ਕਾਂ ਨੂੰ ਪੋਜ਼ਿਟਿਵ ਕਰਨ ਵਾਸਤੇ ਖਾਸ ਸ਼ੋਅ ਚਲਾਈਦਾ, ਸੋ ਥੋੜਾ ਜਿਹਾ ਦਰਸ਼ਕਾਂ ਨੂੰ ਪੋਜ਼ਿਟਿਵ ਕਰ ਦਈਏ। ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਆਏ ਨੇ, ਸੋ ਉਹ ਬੱਚਿਆਂ ਨੇ ਆਪਣੇ ਕੁਝ ਖਾਸ ਕਲਿੱਪਸ ਬਣਾ ਕੇ ਭੇਜੀਆਂ ਨੇ, ਉਹਨਾਂ ਦੇ ਨਾਲ ਇੱਕ ਵਾਰੀ ਉਹਨਾਂ ਦੀ ਜਿਹੜੀ ਕਲਿੱਪ ਆ ਦਰਸ਼ਕਾਂ ਦੇ ਨਾਲ ਸਾਂਝੀ ਕਰ ਲਈਏ। ਥੈਂਕ ਯੂ ਜੀ, ਥੈਂਕ ਯੂ ਜੀ। So मेरी टेक्निकल टीम ने गुजारिश। My name is Palak. I'm from Hoshiarpur. I was very confused because in one module I got 5.5 band score, and because of my band scores I was too much confused. But then RN's Academy staff very helpful, and they decided to apply for the UK study visa, and I got study visa within 5 days, and I'm very happy today. I am Kamaljeet Kaur from Mohali. I have completed my graduation in 2019 in BSc Non-Medical from Punjab University, Chandigarh with 62% marks. After that, I took my IELTS exam or I achieved 6 band overall. In 2 modules, I have 5.5 band. And I applied my UK visa from Aryans Academy. Today, I get my UK visa or I am very happy. Aryans Academy is really very good, so thank you all the teams of Aryan Academy, or special thanks Jaswinder ma'am, because first of all I meet Jaswinder ma'am regarding my UK visa, so I am very happy to getting my UK visa. Thank you Aryan Academy, it is very good academy, thank you so much. ਮੁਬਾਰਕਾਂ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ। ਬਾਈਟਸ ਹੋਰ ਵੀ ਬਹੁਤ ਸਾਰੀਆਂ ਨੇ, ਲੇਕਿਨ ਫਿਰ ਅਸੀਂ ਜੇ ਬਾਈਟਸ ਦਿਖਾਉਣ ਲੱਗੇ ਤਾਂ ਸਾਡੀ ਜਿਹੜੀ ਖਾਸ ਜਾਣਕਾਰੀ ਉਹ ਵਿੱਚ ਅਧੂਰੀ ਰਹਿ ਜੂਗੀ। ਇਹ ਜਿਹੜੀ ਲੜਕੀ ਦੀ ਤੁਸੀਂ ਵੀਡੀਓ ਦੇਖੀ ਹੈ, ਇਹ ਲੜਕੀ ਦਾ ਵੀਜ਼ਾ ਆ ਰਿਹਾ, ਠੀਕ ਹੈ ਜੀ। ਇਹ ਵੀਜ਼ਾ ਜਿਹੜਾ ਹੈਗਾ ਕਮਲਜੀਤ ਕੌਰ ਮੋਹਾਲੀ ਦਾ, ਠੀਕ ਹੈ। ਯੂਕੇ ਦਾ ਵੀਜ਼ਾ ਇੱਕ ਹੋਰ ਦਿਖਾਉਣ ਜਾ ਰਿਹਾ। ਦੇਖੋ ਯੂਕੇ ਦੇ ਵੀਜ਼ੇ ਬਹੁਤ ਆਉਂਦੇ ਆ ਬੱਚੇ, ਮੈਂ ਇੱਕ ਧਿਆਨ ਜ਼ਰੂਰ ਕਹੂੰਗਾ, ਬੱਚੇ ਕਦੀ ਗਲਤ ਕੰਮ 'ਚ ਨਾ ਫਸਣ, FD ਤੇ ਲੋਨ ਲੈ ਕੇ ਨਾ ਲਾਣ, ਆਪਣਾ ਸੇਵਿੰਗ 'ਚ ਪੈਸਾ ਦਿਖਾਣ। ਵੀਜ਼ਾ ਅੱਜ ਵੀ ਆਉਂਦਾ, ਥੋੜਾ ਸਬਰ, ਇੱਕ ਤਾਂ ਬੱਚਾ ਸਬਰ ਵੀ ਘੱਟ ਹੈਗਾ, ਬੱਚੇ ਸਬਰ, ਉਹ ਬੱਚੇ ਖੁਦ ਵੀ ਆ ਕੇ ਪੈਕੇਜ ਮੰਗ ਰਹੇ ਆ। ਮੈਂ ਬੜਾ ਹੈਰਾਨ ਹਾਂ, ਦੇਖੋ ਆਪਣੇ ਕਰੀਅਰ ਨਾਲ ਨਾ ਖੇਲਣ ਬੱਚੇ। ਪੈਕੇਜ ਜਦੋਂ ਕੀਤਾ ਜਾਂਦਾ, ਦੇਖੋ ਯੂਕਰੇਨ ਦਾ ਪੈਕੇਜ ਕਿੱਦਾਂ ਬਣਾਇਆ ਆਪਾਂ, ਉਹਦੀ ਫੀਸ ਜਾਂਦੀ ਵੀਜ਼ੇ ਤੋਂ ਬਾਅਦ ਹੈ, ਸੱਚੀ ਵੀਜ਼ੇ ਤੋਂ ਬਾਅਦ ਜਾਂਦੀ ਹੈ, ਤਾਂ ਆਰੀਅਨਸ ਅਕੈਡਮੀ ਨੇ ਪੈਕੇਜ ਬਣਾਇਆ। ਅਦਰਵਾਈਜ਼ ਆਪਾਂ ਪੈਕੇਜ ਦੇ ਖਾਸ ਖਿਲਾਫ ਹੈ, ਕਿਉਂਕਿ ਪੈਕੇਜ ਦੇ ਵਿੱਚ ਬੱਚੇ ਦਾ ਨਾ ਤਾਂ ਫੀਸ ਗਿਆ ਹੁੰਦਾ ਨਾ ਕੁਝ ਗਿਆ, ਤਾਂ ਵੀਜ਼ਾ ਅਫਸਰ ਵੀਜ਼ਾ ਕੱਲ ਹੀ ਦੇਗਾ, ਬਿਲਕੁਲ। ਸੋ ਯਾਨੀ ਕਿ ਅਗਰ ਬੱਚਾ ਇਮਾਨਦਾਰੀ ਨਾਲ ਕੰਮ ਕਰੇ, ਉਹ ਆਪਣਾ ਵੀਜ਼ਾ ਖੁਦ ਲੈ ਸਕਦਾ ਹੈ, ਇੱਕ ਵਧੀਆ ਕੰਸਲਟੈਂਟ ਦੀ ਸਲਾਹ ਦੇ। ਜੀ ਅਨਿਲ ਜੀ, ਫੰਡਸ ਬਾਰੇ ਪੁੱਛਣਾ ਚਾਹੂੰਗੀ, ਫੰਡ ਕਿੰਨਾ ਪੁਰਾਣਾ ਚਾਹੀਦਾ ਹੈ, ਲੇਕਿਨ ਉਸ ਤੋਂ ਪਹਿਲਾਂ ਜਵਾਬ ਇੱਕ ਕਾਲਰ ਨਾਲ ਜੁੜੇ ਨੇ, ਉਹਨਾਂ ਦੇ ਸਵਾਲ ਦਾ ਵੀ ਜਾਣਾਂਗੇ। ਹੈਲੋ
हेलो जी, सत श्री अकाल। ਹੈਲੋ हाँ जी, सत श्री अकाल जी। ਹੈਲੋ हाँ जी, सत श्री अकाल। ਸਤਿ ਸ਼੍ਰੀ ਅਕਾਲ ਜੀ। की नाम है जी, कित्थों बोल रहे हो जी? ਅਸੀਂ ਬੋਲਣ ਦੇ ਆ ਸੁਜਾਨਪੁਰ ਡਿਸਟ੍ਰਿਕਟ ਤੋਂ। ठीक है जी, की नाम है जी ਤੁਹਾਡਾ? ਹੈਲੋ हाँ जी, हाँ जी, ਗੁਰਸੇਵਕ ਸਿੰਘ ਆ ਜੀ। हाँ जी गुरसेवक जी, की जानकारी चाहते हो? ਮੈਂ ਮੇਰੀ ਜਿੱਦਾਂ ਵਾਈਫ ਨੇ ਜਿੱਦਾਂ ਬੀਏ ਕੀਤੀ ਹੋਈ ਆ। ठीक है जी, ठीक है जी। ਕਈ ਜਿੱਦਾਂ ਯੂਕੇ ਦਾ ਲਵਾਉਣਾ ਚਾਹੁੰਦੇ ਇੰਟਰਵਿਊ ਥਰੂ। यूके ਦਾ ਇੰਟਰਵਿਊ ਥਰੂ ਲਵਾਉਣਾ ਚਾਹੁੰਦੇ ਹੋ? ਸਪਾਊਸ ਕੇਸ ਮੈਰਿਜ ਕਿੰਨੀ ਪੁਰਾਣੀ ਹੈ ਜੀ? ਹਾਂਜੀ ਸਪਾਊਸ ਹਾਂਜੀ ਦੋਵੇਂ ਜਣੇ ਹਾਂਜੀ। ਮੈਰਿਜ ਕਿੰਨੀ ਪੁਰਾਣੀ ਹੈ ਸਰ? ਮੈਰੀ ਮੈਂ ਅਜੇ ਮਤਲਬ ਸਾਲ ਹੋਇਆ ਵਾ ਜੀ। ਸਾਲ ਹੋਇਆ। ਆਇਲਸ ਕੀਤੇ ਹੈ? ਹਾਂਜੀ ਆਇਲਸ ਕੀਤੇ ਤੁਹਾਡੀ ਵਾਈਫ ਨੇ? ਆਈਲੈਟਸ ਨਹੀਂ ਕੀਤੀ ਹੁਣ। PT ਕੀਤਾ ਹੈ ਜੀ? ਇਹਨਾਂ ਦੀ ਇੰਟਰਵਿਊ ਦੀ ਇੱਥੇ ਆਪਣੇ ਲਾਗੇ ਸੀ, ਉਹ ਕਹਿੰਦੇ ਇੰਟਰਵਿਊ ਨਾ ਹੋ ਜਾਊਗਾ। ਬਿਲਕੁਲ ਵੀ ਨਹੀਂ। ਅਸੀਂ ਕਿਹਾ ਤੁਹਾਡਾ ਨੰਬਰ ਹੈ ਇਸੇ ਤਰੀਕੇ ਦੀ ਤਾਂ ਅਫਵਾਹਾਂ ਹੁੰਦੀਆਂ ਨੇ। ਇਸੇ ਕਰਕੇ ਤਾਂ ਸਰ ਬੇहद ਖਾਸ ਪ੍ਰੋਗਰਾਮ ਚਲਾਉਣੇ ਕਿ ਅਫਵਾਹਾਂ ਤੋਂ ਬਚੋ। ਕੁਝ ਇੱਕ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ। ਇੰਟਰਵਿਊ ਵੀ ਕੁਝ ਇੱਕ ਬੱਚਿਆਂ ਦਾ ਹੁੰਦਾ। ਸੋ ਅਨਿਲ ਜੀ, ਮੈਂ ਦੱਸਣਾ ਚਾਹੂੰਗੀ ਇੰਟਰਵਿਊ ਦਾ ਕੀ ਜਿਹੜਾ ਇਹ ਬੱਚਾ ਬਚ ਕੇ ਰਹੇ ਏਜੰਟਸ ਤੋਂ। ਸਾਫ਼ ਕਹਿ ਰਿਹਾ ਹੈ, ਬੱਚਾ ਏਜੰਟਸ ਤੋਂ ਬਚ ਕੇ ਰਹੇ। ਸਪਾਊਸ ਵੀਜ਼ੇ ਦੇ ਲਾਲਚ ਦੇ ਵਿੱਚ ਬੱਚਾ ਆਪਣਾ ਨੁਕਸਾਨ ਕਰ ਸਕਦਾ ਹੈ। ਮੈਂ ਸਰੇਆਮ ਲੋਕ ਮੈਨੂੰ ਬਹੁਤ ਪਸੰਦ ਕਰਦੇ ਆ। ਪਤਾ ਕਿਉਂ? ਕਹਿੰਦੇ ਅਨਿਲ ਆ ਕੇ ਜਦੋਂ ਬੋਲਦਾ ਠਾ ਕਰਕੇ ਬੋਲਦਾ ਹੈ ਔਰ ਝੂਠ ਬਿਲਕੁਲ ਨਹੀਂ ਬੋਲਦਾ। ਇਹ ਵੀਜ਼ਾ 2016 ਪਾਸ ਆਊਟ ਹੈ। ਵਿਦਆਊਟ ਆਇਲਸ ਗ੍ਰੈਜੂਏਸ਼ਨ ਕੀਤਾ ਹੋਇਆ ਨਹੀਂ ਲੱਗਣਾ ਵੀਜ਼ਾ। ਇਹ ਬੱਚੇ ਤੇ ਇਸ ਬੱਚੇ ਨੂੰ ਕੰਪੇਅਰ ਕਰਦੇ ਆ। ਗ੍ਰੈਜੂਏਸ਼ਨ ਹੈਗਾ, ਵਿਦਆਊਟ ਆਇਲਸ ਇਹ ਵੀ ਹੈਗਾ, ਬਟ ਇਹ 19 ਪਾਸ ਆਊਟ ਹੈ। ਫਰਕ ਸਮਝੋ। ਜਦੋਂ ਬੱਚਾ 19-20 ਪਾਸ ਆਊਟ ਹੈ ਤੇ ਵਿਦਆਊਟ ਆਇਲਸ ਲੱਗ ਸਕਦਾ ਹੈ। ਜੇ ਪਿੱਛੇ ਚਲਾ ਜਾਂਦਾ ਹੈ ਫਿਰ ਵੀਜ਼ਾ ਨਹੀਂ ਲੱਗਣਾ, ਕਿਸੇ ਇੰਟਰਵਿਊ ਤੇ ਨਹੀਂ ਲੱਗਣਾ। ਝੂਠ ਤੋਂ ਬਚੋ। ਮੈਂ ਇਸੇ ਕਰਕੇ ਟੀਵੀ ਤੇ ਆਉਂਦਾ, ਨਹੀਂ ਤਾਂ ਮੇਰੇ ਕੋਲ ਬੱਚਿਆਂ ਦਾ ਪਹਿਲਾਂ ਹੀ ਬਹੁਤ ਵੱਡਾ ਢੇਰ ਹੈਗਾ। ਮੈਂ ਅਵਾਰਡ ਵਿਨਰ ਹੈਗਾ, ਕੈਨੇਡਾ ਸਟੱਡੀ ਵੀਜ਼ਾ ਦਾ ਅਵਾਰਡ ਵਿਨਰ ਹੈ। ਮੈਕਸਿਮਮ ਵੀਜ਼ੇ ਮੈਂ ਲਵਾਏ ਨੇ ਕੈਨੇਡਾ ਦੇ, ਠੀਕ ਹੈ ਜੀ। ਔਰ ਬਹੁਤ ਜਿਹੜੇ ਆ ਕੇ ਕਹਿੰਦੇ ਨਾ ਕਿ ਮੈਂ ਬੜੇ ਲਵਾਏ 2.5 ਲੱਖ ਵਿੱਚ ਕੈਨੇਡਾ ਭੇਜੂਗਾ। ਮੈਨੂੰ ਨਹੀਂ ਲੱਗਦਾ 2.5 ਲੱਖ ਚ ਕੋਈ ਬੱਚਾ ਕੈਨੇਡਾ ਭੇਜ ਸਕਦਾ, ਕਿਉਂਕਿ ਜੇ ਫੀਸ 2.5 ਲੱਖ ਰੁਪਏ ਕਿਸੇ ਕਾਲਜ ਦੀ ਹੈਗੀ ਹੈ ਕੈਨੇਡਾ ਦੀ ਤੇ ਉਹਦਾ ਕੋਈ ਵਰਕ ਪਰਮਿਟ ਨਹੀਂ ਹੈਗਾ। ਇਸ ਕਰਕੇ ਮੈਂ ਐਸੇ ਝੂਠੀਆਂ ਜਿਹੜੀਆਂ ਐਡਾਂ ਇਹਨਾਂ ਦਾ ਤੋੜ ਕੱਢਣ ਲਈ ਤਾਂ ਮੈਂ ਟੀਵੀ ਤੇ ਆਉਂਦਾ। ਬਿਲਕੁਲ ਇਹਨਾਂ ਦਾ ਤੋੜ ਕੱਢਣ ਲਈ ਹੀ ਮੈਂ ਟੀਵੀ ਤੇ ਆਉਂਦਾ ਕਿ ਕਿਸੇ ਬੱਚੇ ਦਾ ਨੁਕਸਾਨ ਹੋਏ। ਬਾਬੇ ਨਾਨਕ ਦੀ ਨਗਰੀ ਦੇ ਵਿੱਚ ਜਿੱਥੇ ਇਮਾਨਦਾਰ ਲੋਕ ਰਹਿੰਦੇ ਆ ਔਰ ਉਹਨਾਂ ਨੂੰ ਮਤਲਬ ਲੁੱਟਣਾ ਇੰਨਾ ਕਿਸਾਨ ਹੈ ਕਿ ਮਾੜੀ ਜੀ ਗਾਡੀ ਪਾਣੀ ਹੈ ਨਾ। ਆਪਾਂ ਉਹੀ ਤਾਂ ਤੋੜ ਹੈ ਕਿ 2.5 ਲੱਖ ਦੇ ਵਿੱਚ ਕੈਨੇਡਾ ਨਹੀਂ ਜਾਇਆ ਜਾ ਸਕਦਾ। ਜੀ ਨੈਗੇਟਿਵ ਨਹੀਂ ਕਰਨਾ, ਇਹਨਾਂ ਨੂੰ ਪੋਜ਼ਿਟਿਵ ਕਰਦੀ। ਇਹਨਾਂ ਵਾਸਤੇ ਆਪਸ਼ਨ ਕੀ ਹੈਗਾ? ਆਪਸ਼ਨ ਇਹ ਹੈਗਾ ਕਿ ਇਹ ਬੱਚਾ ਕਿੱਥੇ ਜਾਊਗਾ ਆਪਣੇ ਸਪਾਊਸ ਦੇ ਨਾਲ? ਯੂਕਰੇਨ ਜਾ ਸਕਦਾ ਹੈ। ਦੇਖੋ ਯੂਕਰੇਨ ਤੋਂ ਬਾਅਦ ਫਿਰ ਇਹ ਕਿਤੇ ਹੋਰ ਮੂਵ ਵੀ ਬਿਲਕੁਲ ਕਰ ਸਕਦਾ ਹੈ। ਦੇਖੋ ਜੀ, ਫਿਰ ਉਹੀ ਗੱਲ ਕਰ ਰਿਹਾ, ਬਾਬੇ ਨਾਨਕ ਦੀ ਨਗਰੀ ਚ ਆਇਆ। ਝੂਠ ਮੈਂ ਬੋਲਣਾ ਨਹੀਂ। ਤੇ ਇਹ ਬੱਚਾ ਬਾਅਦ ਚੋਂ ਪੋਲੈਂਡ, ਸ਼ੈਨੇਗਨ ਕੰਟਰੀ, ਜਰਮਨੀ, ਚੈਕ ਰਿਪਬਲਿਕ, ਸ਼ੈਨੇਗਨ ਕੰਟਰੀ ਜਿੰਦਾ ਬਹੁਤ ਨਾਮ ਹੁੰਦਾ ਹੈ, ਇਟਲੀ ਵਰਗੀਆਂ ਕੰਟਰੀਆਂ 'ਚ ਮੂਵ ਹੋ ਸਕਦਾ ਹੈ। ਔਰ ਇਹ ਮੂਵਮੈਂਟ ਦੇ ਵਿੱਚ ਵੀ ਸਾਡਾ ਰਿਪਰੈਜ਼ੈਂਟੇਟਿਵ ਜਿਹੜਾ ਯੂਕਰੇਨ ਬੈਠਾ ਹੈ ਇਹਨਾਂ ਦੀ ਮਦਦ ਕਰੇਗਾ। ਦੁਬਾਰਾ ਸੁਣ ਲਓ, ਮਦਦ ਕਰੇਗਾ, ਭੇਜੇਗਾ ਨਹੀਂ। ਦੇਖੋ ਕਈ ਵਾਰੀ ਬੱਚਾ ਕਹਿੰਦਾ ਸਰ ਤੁਸੀਂ ਕਿਹਾ ਸੀਗਾ ਕਿ ਮੈਂ ਭੇਜੂਗਾ। ਭੇਜਣ 'ਚ ਤੇ ਮਦਦ ਕਰਨ 'ਚ ਫਰਕ ਹੁੰਦਾ ਹੈ। ਕੁਝ ਬੱਚੇ ਜਿਹੜੇ ਹੈਗੇ ਉਹ ਸਲਾਹ ਲੈ ਕੇ ਕਿਸੇ ਹੋਰ ਕੰਟਰੀ 'ਚ ਜਾ ਸਕਦੇ ਨੇ। ਉਹਨੂੰ ਕਹਿੰਦੇ ਟ੍ਰਾਂਸਫਰ ਪ੍ਰੋਗਰਾਮ। ਉਹਦਾ ਟਾਈਮਿੰਗ ਕਿੰਨਾ ਰਹੂਗਾ ਜਦੋਂ ਬੱਚੇ ਨੇ ਮੂਵ ਕਰਨਾ? ਬੱਚਾ ਉੱਥੇ ਪਹੁੰਚਦਾ 6 ਮਹੀਨੇ ਬਾਅਦ ਉਹ ਬੱਚਾ ਮਾਈਗ੍ਰੇਟ ਕਰ ਸਕਦਾ। 6 ਮਹੀਨੇ ਬਾਅਦ ਬੱਚਾ ਮਾਈਗ੍ਰੇਟ ਕਰ ਸਕਦਾ। ਸੋ ਸਪਾਊਸ ਕੇਸ ਵਾਸਤੇ ਖਰਚਾ ਕਿੰਨਾ ਹੋ ਸਕਦਾ? ਦੇਖੋ ਜੀ 6.5 ਲੱਖ ਦੇ ਵਿੱਚ ਬੱਚਾ ਯੂਕਰੇਨ ਜਾ ਸਕਦਾ ਹੈ ਵਿਦ ਸਪਾਊਸ। ਤੇ ਸਪਾਊਸ ਦੋਨੇ ਇਕੱਠੇ ਜਾਣਗੇ? ਬਿਲਕੁਲ ਇਕੱਠੇ ਜਾਣਗੇ ਜੀ। ਸੋ ਜਿਹੜੇ ਚਾਹੁੰਦੇ ਨੇ ਵੀ ਇਕੱਠੇ ਜਾਣ ਉਹ ਸੰਪਰਕ ਕਰ ਸਕਦੇ ਨੇ। ਸਕਰੀਨ ਦੇ ਉੱਤੇ ਨੰਬਰ ਜਿਹੜਾ ਲਗਾਤਾਰ ਚੱਲ ਰਿਹਾ। ਸੋ ਕਾਲਰ ਹੋਰ ਨਾਲ ਜੁੜੇ ਨੇ, ਉਹਨਾਂ ਤੋਂ ਵੀ ਸਵਾਲ ਪੁੱਛਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਮੋਗਾ ਤੋਂ ਬੋਲ ਰਹੀ ਹਾਂ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਦਲਜੀਤ ਕੌਰ ਹੈ ਜੀ। ਜੀ ਦਲਜੀਤ ਜੀ, ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ ਕਿ ਜਿਹੜੇ ਯੂਕਰੇਨ ਦਾ ਕਹਿ ਵੀਜ਼ਾ ਕਿ ਇਹ ਕਿਹੜੇ ਮਹਾਦੀਪ ਦੇ ਵਿੱਚ ਪਹਿਲਾਂ ਕੀ ਪ੍ਰੋਸੀਜਰ ਚਾਹੀਦਾ ਸਾਨੂੰ ਪ੍ਰੋਪਰ ਸਮਝ ਸਕਦਾ? ਬਹੁਤ ਬੜੇ ਪਿਆਰ ਨਾਲ। ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੇਰੀ ਮਾਸਟਰ ਹੈ ਜੀ। ਕਦੋਂ ਕੀਤੀ ਹੈ ਮਾਸਟਰ ਤੁਸੀਂ? ਮਾਸਟਰ ਮੇਰੀ 2012 ਦੇ ਵਿੱਚ ਹੋਈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਕੀਤਾ ਹੈ ਜੀ? 2021 ਚ ਅਸੀਂ ਆ ਗਏ ਹਾਂ। ਉਸ ਤੋਂ ਬਾਅਦ ਮੇਰਾ 8 ਇਅਰ ਦਾ ਐਕਸਪੀਰੀਅੰਸ ਹੈ ਜੀ। ਓਕੇ, ਠੀਕ ਹੈ ਜੀ। ਹਾਂਜੀ, ਆਲਰੇਡੀ ਮੈਨੂੰ ਸਪਾਂਸਰਸ਼ਿਪ ਕੈਨੇਡਾ ਦੀ ਹੋ ਚੁੱਕੀ ਆ। ਓਕੇ ਜੀ। ਸੋ ਆਇਲਸ ਵਗੈਰਾ ਕੁਝ ਕੀਤਾ ਤੁਸੀਂ? ਆਇਲਸ ਜਾਂ ਪੀਟੀ? ਮੇਰੀ ਆਇਲਸ ਹੋ ਚੁੱਕੀ ਆ। ਮੇਰੀ 5.5 ਸੀਗੀ 2011 ਦੇ ਵਿੱਚ। ਉਸ ਤੋਂ ਬਾਅਦ ਮੈਂ ਕੀਤਾ ਕਿਉਂਕਿ ਆਲਰੇਡੀ ਮੈਂ ਟੀਚਿੰਗ ਲਾਈਨ ਦੇ ਵਿੱਚ ਪੈ ਚੁੱਕੀ ਆ, ਰੈਗੂਲਰ ਦੇ ਵਿੱਚ। ਓਕੇ। ਸੋ ਗੈਪ ਵੱਧ ਗਿਆ। ਗੈਪ ਵੱਧ ਗਿਆ। 2012 2021 ਕਰੀਬ। ਇਹਨਾਂ ਨੇ ਪੁੱਛਿਆ ਕਿ ਯੂਕਰੇਨ
ਟੀਵੀ ਤੇ ਅੱਛੀ ਤਰ੍ਹਾਂ ਸਮਝਾਓ। ਯੂਕਰੇਨ ਬੜਾ ਸਿੱਧਾ ਸਾਦਾ, ਜੇ ਤਾਂ ਤੁਸੀਂ +2 ਹੈਗੇ ਹੋ, ਚਾਹੇ ਗ੍ਰੈਜੂਏਟ ਹੋ, ਚਾਹੇ ਮਾਸਟਰਸ ਕੀਤੀ ਹੋਈ ਹੈ, ਚਾਹੇ ਪੀਜੀ ਪ੍ਰੋਗਰਾਮਸ ਕੀਤੇ, ਚਾਹੇ ਤੁਹਾਡੇ 10 ਸਾਲ ਦੇ ਗੈਪ ਨੇ, ਚਾਹੇ 15 ਸਾਲ ਦੇ ਗੈਪ ਨੇ, ਚਾਹੇ ਤੁਹਾਡਾ ਕੋਈ ਇੰਗਲਿਸ਼ ਦਾ ਕੋਈ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਕਿ ਨਾ ਤੁਸੀਂ ਆਇਲਸ ਕੀਤੀ, ਨਾ ਟੋਫਲ ਕੀਤੀ, ਨਾ ਪੀਟੀ ਕੀਤੀ, ਚਾਹੇ ਤੁਹਾਡੇ ਕੋਲ ਫੰਡਸ ਬਹੁਤ ਘੱਟ ਨੇ, ਚਾਹੇ ਤੁਹਾਡੇ ਕੋਲ ਸਪਾਂਸਰਸ ਬਹੁਤ ਘੱਟ ਨੇ, ਚਾਹੇ ਤੁਹਾਡਾ ਕੈਨੇਡਾ ਰਿਫਿਊਜ਼ਡ ਹੈ, ਚਾਹੇ ਯੂਕੇ ਰਿਫਿਊਜ਼ਡ ਹੈ, ਤੁਸੀਂ ਯੂਕਰੇਨ ਜਾ ਸਕਦੇ ਹੋ। ਬਟ ਇੱਕ ਗੱਲ ਹੋਰ ਧਿਆਨ ਰੱਖਿਓ, ਇੱਥੇ ਬੱਚਾ ਕਹਿੰਦਾ ਇੰਨਾ ਕਿਸਾਨ ਆ ਫਿਰ ਕਿਤੇ ਵੀ ਚੱਲ ਜਾਈਏ, ਫਿਰ ਉਹੀ ਗੱਲ ਹੋ ਜਾਣੀ ਹੈ। ਬੱਸ ਸਟੈਂਡ ਦੇ ਨੇੜੇ ਬੰਦੇ ਨੇ ਯੂਕਰੇਨ ਦਾ ਬੋਰਡ ਲਾਇਆ ਸੀਗਾ, ਉੱਥੇ ਮੈਂ ਚਲਾ ਗਿਆ, ਸਰ ਰਿਫਿਊਜ਼ਲ ਆ ਗਿਆ। ਇੱਥੇ ਰਿਪਰੈਜ਼ੈਂਟੇਟਿਵ ਜਿਹੜਾ ਯੂਕਰੇਨ ਬੈਠਾ ਹੈ, ਪੰਜਾਬ ਦੇ ਵੀਜ਼ੇ ਬਹੁਤ ਰਿਫਿਊਜ਼ ਹੁੰਦੇ ਹੈ, ਉਹਦੇ ਤੋਂ ਬਚਣ ਲਈ ਸਾਨੂੰ ਉੱਥੇ ਕੋਈ ਰਿਪਰੈਜ਼ੈਂਟੇਟਿਵ ਚਾਹੀਦਾ ਹੈ ਜਿਹੜਾ ਤੁਹਾਡਾ ਜਿਹੜਾ ਨਾ ਕੀ ਕਹਿੰਦੇ ਚੈੱਕ ਲੰਗਾਏ, ਹਾਂਜੀ ਹਾਂ, ਅੱਗੇ ਪਾਰ ਲੰਗਾਏ, ਬੇੜੀ ਨੂੰ ਪਾਰ ਲੰਗਾਏ, ਠੀਕ ਹੈ ਜੀ। ਯਾਨੀ ਕਿ ਤੁਹਾਨੂੰ ਉੱਥੇ ਅੰਬੈਸੀ ਵਾਲਾ ਰੋਕ ਨਾ ਲਵੇ, ਯਾਨੀ ਕਿ ਡਿਪੋਰਟ ਬਹੁਤ ਬੱਚਾ ਹੁੰਦਾ ਪੰਜਾਬ ਤੋਂ, ਬੜਾ ਪ੍ਰੋਮਿਸ ਹੈ ਫੀਸ ਉਦੋਂ ਲਿੱਤੀ ਜਾਏਗੀ ਜਦੋਂ ਬੱਚਾ ਯੂਕਰੇਨ ਜਾ ਕੇ ਕਹੇਗਾ ਹੈਲੋ ਸਰ ਮੈਂ ਪਹੁੰਚ ਗਿਆ ਔਰ ਮੈਂ ਕਲਾਸ ਲੈ ਰਿਹਾ। ਇਹ ਗੱਲ ਬੜੀ ਇੰਪੋਰਟੈਂਟ ਹੈ। ਕੁਝ ਵੀ ਲਾਸ ਨਹੀਂ ਹੈਗਾ ਬਿਲਕੁਲ, ਜੇਕਰ ਤੁਸੀਂ ਆਪਣੇ ਪੈਸੇ ਜਿਹੜੇ ਆ ਉਹਨਾਂ ਨੂੰ ਗਵਾਉਣ ਤੋਂ ਡਰਦੇ ਹੋ ਕਿ ਕਿਤੇ ਕੋਈ ਤੁਹਾਨੂੰ ਐਵੇਂ ਕਨਫਿਊਜ਼ ਨਾ ਕਰ ਦੇਵੇ। ਤੁਹਾਡੇ ਕੋਈ ਕਈ ਏਜੰਟਸ ਇਦਾਂ ਕਰਦੇ ਨੇ ਨਾ, ਸੋ ਸਟੂਡੈਂਟ ਦੇ ਮਾਈਂਡ ਦੇ ਵਿੱਚ ਆਉਂਦਾ ਹੀ ਹੈ ਕਿ ਅਗਲੇ ਇੱਕ ਵਾਰੀ ਬੁਲਾਉਣ ਦੀ ਗੱਲ ਕਰਦੇ ਆ, ਪੈਸੇ ਉਹਨਾਂ ਤੋਂ ਲੈ ਲੈਂਦੇ ਵੀ ਭਾਵੇਂ ਰਿਫਿਊਜ਼ ਵੀ ਲੱਗ ਜਾਏ, ਸੋ ਉਹਨਾਂ ਏਜੰਟਸ ਨੂੰ ਕੋਈ ਫਰਕ ਨਹੀਂ ਪੈਂਦਾ। 1 ਮਿੰਟ ਦਿਓ, ਮੈਂ ਪ੍ਰੋਮਿਸ ਕਰਦਾ, ਠੀਕ ਹੈ ਜੀ। ਮੈਂ ਹਾਜ਼ਰ ਨਾਜ਼ਰ ਮਾਜ ਕੇ ਪ੍ਰਮਾਤਮਾ ਨੂੰ ਕਹਿੰਦਾ ਕਿ ਯਾਰ ਹਰ ਬੱਚਾ ਜਿਹੜਾ ਸਾਡੇ ਕੋਲ ਆਏਗਾ ਆਪਣਾ ਪੈਸਾ ਖਰਾਬ ਨਹੀਂ ਕਰੇਗਾ। ਆਰੀਅਨਸ ਅਕੈਡਮੀ ਤੋਂ ਪਹਿਲਾਂ ਹੀ ਇੰਨੇ ਲੋਕ ਵੀਜ਼ੇ ਲਵਾ ਚੁੱਕੇ, ਤੁਸੀਂ ਕਲਿੱਪਿੰਗਸ ਦੇਖਦੇ ਹੋ ਹਰ ਵਾਰ। ਆਰੀਅਨਸ ਅਕੈਡਮੀ ਦਾ ਫੇਸਬੁੱਕ ਤੇ ਜਾ ਕੇ ਦੇਖੋ 5 ਆਊਟ ਆਫ 5 ਰੇਟਿੰਗ ਹੈ, ਇੰਸਟਾਗ੍ਰਾਮ ਤੇ ਵੀ ਆਪਾਂ ਛਾਏ ਪਏ ਆ। ਰੀਜ਼ਨ ਹੈ ਕਿ ਜੇ ਚੰਗਾ ਕੰਮ ਕਰਦੇ ਆ ਤੇ ਚੰਗੇ ਲੋਕ ਵੀ ਆਉਂਦੇ ਆ ਔਰ ਸਾਡੇ ਤੇ ਵਿਸ਼ਵਾਸ ਵੀ ਕਰਦੇ ਆ। ਇਹੀ ਵਿਸ਼ਵਾਸ ਦੀ ਉਮੀਦ ਕਰਦਾ ਕਿ ਹਰ ਬੱਚਾ ਇਸੇ ਤਰ੍ਹਾਂ ਸਾਡੇ ਨਾਲ ਜੁੜਿਆ ਰਹੇ ਔਰ ਆਪਾਂ ਇੱਕ ਇੱਕ ਬੱਚੇ ਦਾ ਚੁਣ ਕੇ ਵੀਜ਼ਾ ਲਵਾਈਦਾ, ਇਸੇ ਕਰਕੇ ਲਵਾਈਦਾ ਕਿਉਂਕਿ ਮੇਰਾ ਆਪਣਾ ਧਿਆਨ ਮੇਰੇ ਸਟਾਫ ਤੇ ਹੁੰਦਾ। ਬਿਲਕੁਲ ਬਿਲਕੁਲ ਅਨਿਲ ਜੀ, ਦਰਸ਼ਕਾਂ ਨੂੰ ਇੱਥੇ ਵੀ ਦੱਸ ਦਈਏ ਵੀ ਕਿ ਐਸੇ ਦਰਸ਼ਕ ਨੇ ਜਿਹੜੇ ਸਾਡੇ ਨਾਲ ਲੇਟ ਜੁੜੇ ਨੇ, ਸੋ ਪਿਛਲਾ ਜਿਹੜਾ ਪ੍ਰੋਗਰਾਮ ਸਾਡਾ ਨਿਕਲਿਆ ਤੇ ਇਸ ਤੋਂ ਪਿਛਲੇ ਜਿਹੜੇ ਐਪੀਸੋਡ ਨੇ ਉਹ ਨਹੀਂ ਦੇਖ ਪਾਏ ਹੈਗੇ, ਸੋ ਵੀਜ਼ਾ ਵੀ ਤੁਸੀਂ ਦਿਖਾ ਦਿਓ ਤੇ ਪਹਿਲਾਂ ਮੈਂ ਦਰਸ਼ਕਾਂ ਨੂੰ ਨਾਲੇ ਵੀ ਦੱਸ ਦਈਏ। ਮੈਂ ਜਦੋਂ ਵੀ ਦਰਸ਼ਕਾਂ ਨਾਲ ਗੱਲ ਕਰਦਾ, ਦਰਸ਼ਕਾਂ ਨਾਲ ਮੈਨੂੰ ਫੋਨ ਬੜੇ ਆਉਂਦੇ ਦਰਸ਼ਕਾਂ ਦੇ, ਉਹ ਕਹਿੰਦੇ ਸਰ ਯੂਕੇ ਦੇ ਸੱਚੀ ਵੀਜ਼ੇ ਲੱਗ ਰਹੇ, ਆਲੋ ਆਹ ਦੇਖ ਲਓ ਪਾਸਪੋਰਟ ਮੈਂ ਲੈ ਕੇ ਆਇਆ, ਯੂਕੇ ਦਾ ਵੀਜ਼ਾ ਲੱਗ ਰਿਹਾ। ਕਿਉਂ ਨਹੀਂ ਲੱਗ ਰਿਹਾ? ਉਹਨਾਂ ਲਈ ਨਹੀਂ ਲੱਗ ਰਿਹਾ ਜਿਹੜੇ ਕੀ ਕਰਦੇ ਆ ਝੂਠੇ ਫੰਡ, FD ਤੇ OD ਬਣਾਈ, OD ਤੇ ਫਿਰ ਦੁਬਾਰਾ ਵਾਪਸ ਪੈਸੇ ਪਾਏ। 28 ਦਿਨ ਪੁਰਾਣੇ ਪੈਸੇ ਅਗਰ ਤੁਹਾਡੇ ਸੇਵਿੰਗ ਅਕਾਊਂਟ 'ਚ ਪਏ ਹੈ ਠੀਕ ਆ, ਫਿਰ ਤੁਹਾਡਾ ਵੀਜ਼ਾ UK ਦਾ ਆ ਸਕਦਾ ਜੀ, ਨਹੀਂ ਤਾਂ ਨਹੀਂ ਆ ਸਕਦਾ। ਸੋ ਸਕਰੀਨ ਦੇ ਉੱਤੇ ਨੰਬਰ ਤਾਂ ਲਗਾਤਾਰ ਚੱਲ ਰਿਹਾ ਹੈ, ਲੇਕਿਨ ਉਸ ਤੋਂ ਇਲਾਵਾ ਲਿਵਿੰਗ ਇੰਡੀਆ ਦੇ ਪੇਜ ਉੱਪਰ ਔਰ ਆਰੀਅਨਸ ਅਕੈਡਮੀ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਤੁਸੀਂ ਸਾਨੂੰ ਲਾਈਵ ਦੇਖ ਸਕਦੇ ਹੋ। ਉੱਥੇ ਜਿਹੜਾ ਡਾਟਾ ਹੈ ਉਧਰ ਪਿਆ ਹੋਊਗਾ, ਪਿਛਲੇ ਜਿਹੜੇ ਸ਼ੋਜ਼ ਨੇ ਉਹ ਵੀ ਤੁਸੀਂ ਉਧਰ ਦੇਖ ਸਕਦੇ ਹੋ ਤੇ ਜੋ ਵੀ ਤੁਹਾਡੇ ਮਨ ਦੇ ਸਵਾਲ ਹੈ ਉਹਨਾਂ ਦਾ ਜਵਾਬ ਲੈ ਸਕਦੇ ਹੋ। ਸਕਰੀਨ ਤੇ ਨੰਬਰ ਆ ਰਿਹਾ ਹੈ, ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ ਵੀ। ਅਨਿਲ ਜੀ ਕਾਲਰ ਹੋਰ ਧੜਾਧੜ ਕਾਲਾਂ ਆ ਰਹੀਆਂ ਨੇ, ਸੋ ਦਰਸ਼ਕ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਹੋਰ ਦਰਸ਼ਕ ਨੂੰ ਨਾਲ ਜੋੜ ਲੈਣੇ ਆ, ਉਹਨਾਂ ਤੋਂ ਵੀ ਸਵਾਲ ਪੁੱਛ ਲੈਣੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਨਾਮ ਹੈ ਰੋਹਿਤ ਪਲੀਵਾਲ। ਹਾਂਜੀ, ਕੀ ਸਵਾਲ ਹੈ ਰੋਹਿਤ ਜੀ? ਮੈਂ ਸਰ ਨੂੰ ਪੁੱਛਣਾ ਚਾਹਾਂਗਾ ਮੇਰੀ ਫੀਸ ਦਾ ਕੀ ਹੈ ਸਟੇਟਸ? ਹਾਂ ਰੋਹਿਤ ਹਾਊ ਆਰ ਯੂ? ਰੋਹਿਤ ਜਿਹੜੇ ਬੱਚੇ ਰੋਹਿਤ ਜਿਹੜੇ ਬੱਚੇ ਕੈਨੇਡਾ ਕਾਲਜ ਦੇ ਵਿੱਚ ਇਹਨਾਂ ਨੇ ਮੇਰੇ ਤੋਂ ਅਪਲਾਈ ਕੀਤਾ, ਕਿਹੜੇ ਬੱਚੇ ਕੈਨੇਡਾ ਕਾਲਜ ਦੇ ਵਿੱਚ ਲੱਗੇ ਸੀਗੇ, ਥੋੜਾ ਡਿਲੇਡ ਰਿਜ਼ਲਟ ਆ ਰਿਹਾ। ਰੀਜ਼ਨ ਕੀ ਹੈਗਾ? CAQ ਉਹਨਾਂ ਦੀ ਸਸਪੈਂਡ ਹੋਈ ਹੈ। ਸੋ ਇਹ ਬੜਾ ਵਧੀਆ, ਜਿਹਨੂੰ ਇੱਕ ਆਪਾਂ ਕਹਿੰਦੇ ਬਹੁਤ ਅਜੀਬ ਜਿਹਾ ਮੁੱਦਾ ਆ ਗਿਆ ਕਿ ਕੁਝ ਬੱਚੇ ਡਿਲੇ ਹੋ ਰਹੇ ਨੇ, ਬਟ ਇਹ ਪੋਜ਼ਿਟਿਵਿਟੀ 15 ਤਰੀਕ ਤੋਂ ਬਾਅਦ ਜਨਵਰੀ ਬੈਚ 15 ਜਨਵਰੀ ਤੋਂ ਬਾਅਦ CAQ ਰਿਲੀਜ਼ ਹੋਣੇ ਸ਼ੁਰੂ ਹੋ ਜਾਣਗੇ ਔਰ ਫਿਰ ਦੁਬਾਰਾ ਨਾਰਮਲ ਸਿਚੁਏਸ਼ਨਸ ਹੋ ਜਾਣਗੀਆਂ। ਫਿਰ ਕੈਨੇਡਾ ਉਸੇ ਤਰ੍ਹਾਂ ਚੱਲੇਗਾ ਜਿੱਦਾਂ ਪਹਿਲਾਂ ਚੱਲਦਾ। ਅਨਿਲ ਜੀ, CAQ ਜਿਹੜੇ ਬੱਚਿਆਂ ਦੇ ਵੀਜ਼ੇ ਆ ਗਏ ਉਹ ਤਾਂ ਠੀਕ ਹੈ, ਜਿਹੜੇ ਕਾਲਜ ਦੇ ਨਾਮ ਨਹੀਂ ਆਏ ਸੀ, ਜਿਹੜੇ ਅਪਲਾਈਡ ਬੱਚੇ ਸੀ, ਸੋ ਉਹਨਾਂ ਦਾ ਭਵਿੱਖ ਕਿਸ ਤਰੀਕੇ ਨਾਲ ਦੇਖਦੇ ਹੋ? ਮੈਂ ਬਹੁਤ ਘੱਟ ਸ਼ਬਦਾਂ 'ਚ ਤੁਹਾਡੇ ਤੋਂ ਜਵਾਬ ਚਾਹੁੰਦੀ। ਮੈਂ ਚਾਹੁੰਦਾ ਕਿ ਜਦੋਂ ਵੀ ਕੰਮ ਕੀਤਾ ਵਧੀਆ ਕੀਤਾ, ਪਰ ਸਿਚੁਏਸ਼ਨਸ ਇਸ ਵਾਰ ਇਦਾਂ ਦੀਆਂ ਆਈਆਂ, ਪਹਿਲਾਂ ਕਰੋਨਾ ਆ ਗਿਆ, ਫਿਰ ਕਿਸਾਨਾਂ ਵਾਲਾ ਮੁੱਦਾ ਆ ਗਿਆ, ਹੁਣ ਇਹ CAQ ਸਸਪੈਂਡ ਹੋ ਗਈ ਹੈ। ਇਸ ਮੁੱਦੇ ਦੇ ਵਿੱਚ ਮੈਂ ਕਹੂੰਗਾ ਥੋੜਾ ਜਿਹਾ ਪੇਸ਼ੈਂਸ ਬੱਚੇ ਰੱਖਣ। ਅਗਰ ਪੇਸ਼ੈਂਸ ਨਾਲ ਕੰਮ ਕਰਦੇ ਨੇ ਤੇ ਕਿਤੇ ਵੀ ਕੋਈ ਖਤਰਾ ਨਹੀਂ ਹੈਗਾ ਔਰ ਬੱਚੇ ਆਰਾਮ ਨਾਲ ਵੀਜ਼ਾ ਲੈ ਜਾਣਗੇ। ਔਰ ਮੈਨੂੰ ਇਹ ਵੀ ਕਹਿੰਦੇ ਹੋਏ ਦੱਸਣਾ ਪਏਗਾ, ਦੁਬਾਰਾ ਕੈਨੇਡਾ 'ਚ ਦੁਬਾਰਾ ਲਾਕਡਾਊਨ ਹੋ ਗਿਆ ਔਰ ਦੁਬਾਰਾ EIP ਵਾਲੀ ਦੋ ਸਿਚੁਏਸ਼ਨਸ ਹੋ ਫੈਸਲਾ ਹੋਏਗਾ। ਹੁਣ UK ਜਿਹੜੇ ਬੱਚੇ UK ਵੀ ਲੋਕਡਾਊਨ ਚੱਲ ਰਿਹਾ ਹੈ, ਬਾਰ-ਬਾਰ ਅਪਡੇਟਸ ਬਿਲਕੁਲ ਡਿਫਰੈਂਟ ਆ ਰਹੀਆਂ ਨੇ, ਸੋ UK ਬੱਚੇ ਨੂੰ ਹੁਣ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਨਹੀਂ? ਮੈਂ ਕਹੂੰਗਾ ਜੀ ਭੱਜ ਕੇ ਮੇਰੇ ਆਫਿਸ ਆਨ ਆਰੀਅਨਸ ਅਕੈਡਮੀ ਦੇ, ਅਗਰ ਉਹਨਾਂ ਦਾ ਕੇਸ ਪੋਸੀਬਲ ਹੋਏਗਾ ਤੇ ਸਾਡੀ ਜਿਹੜੀ ਕਾਉਂਸਲਰ ਹੈਗੀ ਹਾਂ ਕਹੇਗੀ, ਨਹੀਂ ਤਾਂ ਨਾ ਕਹੇਗੀ। ਸਰੇਆਮ TV ਤੇ ਮੈਂ ਵੀ ਨਾ ਕਹਿ ਦਿੰਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਸਾਨੂੰ ਸਿੱਧੇ ਸਾਦੇ ਪੈਸੇ ਚਾਹੀਦੇ ਆ। ਜਿਹੜੇ ਬੱਚੇ ਕੈਨੇਡਾ ਫਸੇ ਹੋਏ ਨੇ ਉਹ ਥੋੜਾ ਸਬਰ ਕਰਨ। UK ਨੇ ਆਪਣੀਆਂ ਫਲਾਈਟਸ ਓਪਨ ਕਰ ਦਿੱਤੀਆਂ। ਫਿਰ ਮੈਂ ਦੁਬਾਰਾ ਦੇਖੋ, ਅੱਜ ਮੈਨੂੰ ਮੌਕਾ
मिलिया कि मैं पासपोर्ट लैके ही आया। आ देखो 2 दिन पहला मैं वीजा यूके का लिया। सो जेड़ा बच्चा अज यूके बारे डाउटफुल है, एक बार कॉल करके फ्री ऑफ कॉस्ट साडी काउंसलर हैगी, नंबर आ रहा उन्होंने कॉल करे और पूछ ले, कुछ गल नहीं है। जो लगता होगा कह देंगे, नहीं तो इन्ना सोहना वीजा तो हर कोई लै सकता है। यूक्रेन का इन्ना प्यारा वीजा, दोबारा सुन लो, यूके नहीं हैगा, ये यूक्रेन हैगा। यूक्रेन जिथे जान लई बच्चे तरसदे हुंदे, रशिया ते यूक्रेन 2 कंट्रियां बंदे पंजाबी तरसदे, पर उन्होंने डिपोर्ट बड़ा किया जाता जी। डिपोर्ट तो बचन लई सिर्फ आरएनएस अकेडमी ते कॉल करन और अपना वीजा लगवाओ जी। बिल्कुल, स्क्रीन ते नंबर लगातार चल रहा है, सो तुसी प्रोग्राम तो बाद भी कॉल कर सकते हो ते सही जानकारी जिहड़ी है आरएनएस अकेडमी वालों लै सकते हो। सो हमेशा तरह आज फिर बेहद खास जानकारी देने लिए बहुत बहुत धन्यवाद। सत श्री अकाल। थैंक यू जी, थैंक यू। सो जेकर तुसी भी चाहते हो घट पैसिਆਂ ਦੇ ਵਿੱਚ ਵਿਦੇਸ਼ ਜਾਣਾ ਤੇ ਤੁਸੀਂ ਯੂਕਰੇਨ ਜਾ ਸਕਦੇ ਹੋ। ਕੀ ਸ਼ਰਤਾਂ ਨੇ, ਕੀ ਉਹਦੀ ਪ੍ਰੋਫਾਈਲ ਹੈਗੀ, ਤੁਹਾਡੀ ਕੀ ਐਲੀਜੀਬਿਲਟੀ ਬਣਦੀ ਹੈ ਫਿਰ ਇਹਦੇ ਵਾਸਤੇ ਜੇਕਰ ਤੁਸੀਂ ਜਾਣਕਾਰੀ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਲਗਾਤਾਰ ਚੱਲ ਰਿਹਾ, ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਯੂਕੇ, ਆਸਟ੍ਰੇਲੀਆ ਔਰ ਕੈਨੇਡਾ ਵੀ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਮਨ 'ਚ ਕੋਈ ਵੀ ਸਵਾਲ ਹੈ ਤਾਂ ਤੁਸੀਂ ਪ੍ਰੋਗਰਾਮ ਤੋਂ ਬਾਅਦ ਨੰਬਰ ਚੱਲ ਰਿਹਾ ਉਸ ਤੇ ਕਾਲ ਕਰ ਸਕਦੇ ਹੋ। ਸੋ ਵੇਲਾ ਹੁਣ ਜਾਣ ਦਾ ਹੋ ਗਿਆ ਤੇ ਤੁਸੀਂ ਹੁਣ ਦਿਓ ਇਜਾਜ਼ਤ, ਰੱਖੋ ਆਪਣਾ ਧਿਆਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। आदतों से प्यार निभाना, पुरानी आदतें अच्छी होती है, जैसे 2 साल तक यूज किया हुआ इंडिया गेट बासमती राइस, इंडिया की पुरानी आदत। ਸਾਲ 2020 ਚ ਕੋਰੋਨਾ ਵਾਇਰਸ ਮਹਾਮਾਰੀ ਨੇ ਆਪਣੇ ਪੈਰ ਪਸਾਰੇ ਤੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ, ਪਰ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਢੀ ਤੇ ਪੰਜਾਬੀਆਂ ਦੇ ਸਾਥ ਨਾਲ ਇਸ ਨੂੰ ਲੜਿਆ। ਹਸਪਤਾਲਾਂ 'ਚ 16000 ਬੈੱਡਾਂ ਦਾ ਇੰਤਜ਼ਾਮ ਕੀਤਾ, ਸਾਰੇ ਜ਼ਿਲ੍ਹਿਆਂ 'ਚ ਆਕਸੀਜਨ ਦਾ ਇੰਤਜ਼ਾਮ ਕੀਤਾ, ਆਕਸੀਮੀਟਰ ਸਮੇਤ 50000 ਕੋਰੋਨਾ ਫਤਿਹ ਕਿੱਟਾਂ ਲੋਕਾਂ ਨੂੰ ਮੁਫਤ 'ਚ ਦਿੱਤੀਆਂ। कोरोना महामारी खिलाफ साडी हिम्मत बरकरार, लोकां दी सरकार पंजाब सरकार। ਤੁਸੀਂ ਆਸਟ੍ਰੇਲੀਆ ਪੜ੍ਹਾਈ ਕਰਨਾ ਚਾਹੁੰਦੇ ਹੋ? ਅਪਲਾਈ ਕਰੋ 2021 ਇਨਟੇਕ ਲਈ, ਸਪਾਊਸ ਦੇ ਨਾਲ ਜਾਓ।